ਅਸੀਂ ਇਸ ਤੋਂ ਪਿਛਲੇ ਸੈਸ਼ਨ ਦੇ ਵਿੱਚ ਸੀ ਪ੍ਰੋਗਰਾਮਿੰਗ ਦੇ ਵਿੱਚ ਆਪਰੇਟਰਸ ਅਤੇ ਐਕਸਪ੍ਰੈਸ਼ਨ ਬਾਰੇ ਸਿੱਖਿਆ ਹੈ ਤੇ ਹੁਣ ਅਸੀਂ ਅੱਜ ਦੇ ਇਸ ਸੈਸ਼ਨ ਦੇ ਵਿੱਚ ਕੰਟਰੋਲ ਫਲੋ ਦੇ ਬਾਰੇ ਵਿੱਚ ਸਿੱਖਾਂਗੇ। ਤੁਸੀਂ ਦੇਖਿਆ ਹੋਵੇਗਾ ਕਿ ਜੋ ਅਸੀਂ ਪ੍ਰੋਗਰਾਮ ਬਣਾਏ ਸੀ ਉਹ ਲਾਈਨ ਦਰ ਲਾਈਨ ਕੰਪਾਈਲ ਹੁੰਦੇ ਹਨ ਅਤੇ ਉਸੇ ਤਰ੍ਹਾਂ ਹੀ ਲਾਗੂ ਹੁੰਦੇ ਹਨ, ਲੇਕਿਨ ਕਈ ਵਾਰ ਸਾਨੂੰ ਕੁਝ ਡਿਸੀਜਨ ਲੈਣੇ ਪੈਂਦੇ ਹਨ ਔਰ ਉਹਨਾਂ ਡਿਸੀਜਨ ਦੇ ਆਧਾਰ ਤੇ ਕੁਝ ਹਦਾਇਤਾਂ ਨੂੰ ਲਾਗੂ ਕਰਵਾਉਣਾ ਪੈਂਦਾ ਹੈ ਅਤੇ ਕੁਝ ਹਦਾਇਤਾਂ ਨੂੰ ਲਾਗੂ ਕਰਵਾਉਣ ਤੋਂ ਰੋਕਣਾ ਪੈਂਦਾ ਹੈ। ਇਸ ਨੂੰ ਅਸੀਂ ਕੰਟਰੋਲ ਫਲੋ ਕਹਿੰਦੇ ਹਾਂ। ਮੋਡੂਲਰ ਪ੍ਰੋਗਰਾਮਿੰਗ ਦੇ ਵਿੱਚ ਯੂਜ਼ਰ ਡਿਫਾਈਨਡ ਫੰਕਸ਼ਨ ਜਾਂ ਫਿਰ ਬ੍ਰਾਂਚਿੰਗ ਲੂਪਿੰਗ ਦੀ ਸਹਾਇਤਾ ਨਾਲ ਅਸੀਂ ਕੰਟਰੋਲ ਫਲੋ ਨੂੰ ਕੰਟਰੋਲ ਕਰ ਸਕਦੇ ਹਾਂ। ਸੀ ਭਾਸ਼ਾ ਵਿੱਚ ਕੰਪਾਈਲੇਸ਼ਨ ਦੇ ਫਲੋ ਨੂੰ ਕੰਟਰੋਲ ਕਰਨ ਦੇ ਲਈ ਤਿੰਨ ਤਰ੍ਹਾਂ ਦੀਆਂ ਕੰਟਰੋਲ ਸਟੇਟਮੈਂਟਸ ਮੁਹੱਈਆ ਹੁੰਦੀਆਂ ਹਨ। ਸਭ ਤੋਂ ਪਹਿਲੀ ਹੈ ਬ੍ਰਾਂਚਿੰਗ, दूसरी है लूपिंग, और तीसरी है जंपिंग। इन्हां तीन तरह दियां कंट्रोल स्टेटमेंटां दी सहायता नाल असीं अपने प्रोग्राम दे फ्लो नूं कंट्रोल कर सकते हां। ब्रांचिंग, जिस तरह ਅਸੀਂ ਜਾਣਦੇ ਹੀ ਹਾਂ ਕਿਸੇ ਦਰਖਤ ਦੀਆਂ ਅੱਗੇ ਟਹਿਣੀਆਂ ਬਣ ਜਾਂਦੀਆਂ ਹਨ ਔਰ ਜੇਕਰ ਅਸੀਂ ਇਸ ਦਰਖਤ ਉੱਪਰ ਚੜ ਰਹੇ ਹੋਈਏ ਤੇ ਜੇਕਰ ਅਸੀਂ ਇਸ ਬ੍ਰਾਂਚ ਉੱਪਰ ਜਾਵਾਂਗੇ ਤਾਂ ਇਹ ਵਾਲੀਆਂ ਟਹਿਣੀਆਂ ਸਾਡੇ ਤੋਂ ਰਹਿ ਜਾਣਗੀਆਂ। ਬ੍ਰਾਂਚਿੰਗ ਦਾ ਇੱਥੇ ਇਹੀ ਅਰਥ ਹੈ ਕਿ ਆਪਣੇ ਪ੍ਰੋਗਰਾਮ ਵਿੱਚ ਅਸੀਂ ਕੁਝ ਹਦਾਇਤਾਂ ਨੂੰ ਲਿਖਿਆ ਹੈ ਔਰ ਸ਼ਰਤ ਦੇ ਆਧਾਰ ਤੇ ਭਾਵ ਕੰਡੀਸ਼ਨ ਦੇ ਆਧਾਰ ਤੇ ਅਸੀਂ ਉਹਨਾਂ ਵਿੱਚੋਂ ਕੁਝ ਹਦਾਇਤਾਂ ਨੂੰ ਲਾਗੂ ਕਰਵਾਉਣਾ ਚਾਹੁੰਦੇ ਹਾਂ ਅਤੇ ਕੁਝ ਦੂਸਰੀਆਂ ਹਦਾਇਤਾਂ ਨੂੰ ਛੱਡਣਾ ਚਾਹੁੰਦੇ ਹਾਂ। ਉਸ ਕੇਸ ਵਿੱਚ ਬ੍ਰਾਂਚਿੰਗ ਇੱਕ ਕਾਰਗਰ ਕੰਟਰੋਲ ਸਟੇਟਮੈਂਟ ਹੈ। ਹੁਣ ਬ੍ਰਾਂਚਿੰਗ ਵੀ ਅੱਗੇ ਕਈ ਤਰ੍ਹਾਂ ਦੀ ਹੁੰਦੀ ਹੈ, ਜਿਵੇਂ ਕਿ ਅਸੀਂ ਦੋ ਟਹਿਣੀਆਂ ਵਿੱਚੋਂ ਕਿਸੇ ਇੱਕ ਟਹਿਣੀ ਨੂੰ ਚੁਣਨਾ ਹੈ ਜਾਂ ਤਿੰਨ ਟਹਿਣੀਆਂ ਵਿੱਚੋਂ ਕਿਸੇ ਇੱਕ ਟਹਿਣੀ ਨੂੰ ਚੁਣਨਾ ਹੈ ਜਾਂ ਬਹੁਤ ਸਾਰੀਆਂ ਟਹਿਣੀਆਂ ਦੇ ਵਿੱਚੋਂ ਕਿਸੇ ਇੱਕ ਟਹਿਣੀ ਨੂੰ ਅਸੀਂ ਚੁਣਨਾ ਹੈ। ਇਸ ਤਰ੍ਹਾਂ ਇਹ ਜਿਹੜੀਆਂ ਬ੍ਰਾਂਚਿੰਗ ਵਾਲੀਆਂ ਸਟੇਟਮੈਂਟਸ ਹੁੰਦੀਆਂ ਹਨ ਇਹਨਾਂ ਨੂੰ ਕੰਡੀਸ਼ਨਲ ਕੰਟਰੋਲ ਸਟੇਟਮੈਂਟ ਵੀ ਕਿਹਾ ਜਾਂਦਾ ਹੈ। ਕੰਡੀਸ਼ਨਲ ਕੰਟਰੋਲ ਸਟੇਟਮੈਂਟਸ ਦੇ ਬਾਰੇ ਵਿੱਚ ਅਸੀਂ ਪਹਿਲਾਂ ਡਿਸਕਸ ਕਰਾਂਗੇ। ਕੰਡੀਸ਼ਨਲ ਕੰਟਰੋਲ ਸਟੇਟਮੈਂਟ ਚਾਰ ਤਰ੍ਹਾਂ ਦੀਆਂ ਹੁੰਦੀਆਂ ਹਨ। ਇਫ ਸਟੇਟਮੈਂਟ, if else statement, else if statement, ਅਤੇ ਚੌਥੀ ਹੈ ਸਵਿਚ ਕੇਸ। ਸਵਿਚ ਕੇਸ ਸਟੇਟਮੈਂਟਸ। ਇਸ ਤਰ੍ਹਾਂ ਸੀ ਭਾਸ਼ਾ ਵਿੱਚ ਕੰਡੀਸ਼ਨਲ ਕੰਟਰੋਲ ਸਟੇਟਮੈਂਟਸ ਚਾਰ ਤਰ੍ਹਾਂ ਦੀਆਂ ਹਨ। ਇਫ ਸਟੇਟਮੈਂਟ, ਇਫ ਐਲਸ ਸਟੇਟਮੈਂਟ, ਐਲਸ ਇਫ ਸਟੇਟਮੈਂਟ ਅਤੇ ਸਵਿਚ ਕੇਸ ਸਟੇਟਮੈਂਟ। ਇਹਨਾਂ ਬਾਰੇ ਡਿਟੇਲ ਵਿੱਚ ਅਸੀਂ ਅੱਗੇ ਪੜਾਂਗੇ। ਇਸ ਤੋਂ ਬਾਅਦ ਅਸੀਂ ਲੂਪਿੰਗ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਲੂਪਿੰਗ ਕੀ ਹੁੰਦੀ ਹੈ ਅਤੇ
ਇਹ ਕਿਹੜੀਆਂ ਹਨ? ਲੂਪਿੰਗ, ਜਿਸ ਤਰ੍ਹਾਂ ਲੂਪ ਦਾ ਅਰਥ ਹੁੰਦਾ ਹੈ ਛੱਲਾ। ਅਸੀਂ ਇਸ ਪੁਆਇੰਟ ਤੋਂ ਚੱਲਣਾ ਸ਼ੁਰੂ ਕਰਦੇ ਹਾਂ ਔਰ ਦੁਬਾਰਾ ਫਿਰ ਅਸੀਂ ਇਸੇ ਪੁਆਇੰਟ ਉੱਪਰ ਆ ਜਾਂਦੇ ਹਾਂ, ਤਾਂ ਇਸ ਨੂੰ ਅਸੀਂ ਇੱਕ ਲੂਪ ਕਹਿੰਦੇ ਹਾਂ। ਲੂਪ ਹਦਾਇਤਾਂ ਦੇ ਸਮੂਹ ਨੂੰ ਬਾਰ-ਬਾਰ ਦੁਹਰਾਉਣ ਲਈ ਵਰਤੀ ਜਾਂਦੀ ਹੈ। ਕਈ ਵਾਰ ਸਾਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਬਣਾਉਣ ਦੀ ਲੋੜ ਪੈਂਦੀ ਹੈ ਜਿਸ ਵਿੱਚ ਹਦਾਇਤਾਂ ਦੇ ਇੱਕ ਸਮੂਹ ਨੂੰ ਬਾਰ-ਬਾਰ ਦੁਹਰਾਉਣਾ ਪੈਂਦਾ ਹੈ। ਉੱਥੇ ਅਸੀਂ ਲੂਪਿੰਗ ਦਾ ਇਸਤੇਮਾਲ ਕਰ ਸਕਦੇ ਹਾਂ। ਜਿਵੇਂ ਮੰਨ ਲਓ ਅਸੀਂ ਕਿਸੇ ਨੰਬਰ ਦਾ ਪਹਾੜਾ ਭਾਵ ਟੇਬਲ ਲਿਖਣਾ ਹੋਵੇ ਤੇ ਸਾਨੂੰ ਇੱਕੋ ਜਿਹੇ ਕੰਮ ਨੂੰ ਬਾਰ-ਬਾਰ ਕਰਨਾ ਪਏਗਾ, ਜਾਂ ਅਸੀਂ ਗਿਣਤੀ ਲਿਖਣੀ ਹੋਵੇ। ਅਜਿਹੇ ਕੰਮਾਂ ਨੂੰ ਕਰਨ ਲਈ ਸਾਨੂੰ ਹਦਾਇਤਾਂ ਦੇ ਇੱਕ ਸੈੱਟ ਨੂੰ ਬਾਰ-ਬਾਰ ਦੁਹਰਾਉਣਾ ਪਏਗਾ ਤੇ ਇਸ ਨੂੰ ਹੀ ਲੂਪਿੰਗ ਕਿਹਾ ਜਾਂਦਾ ਹੈ। ਸੀ ਭਾਸ਼ਾ ਵਿੱਚ ਲੂਪਿੰਗ 3 ਤਰ੍ਹਾਂ ਦੀ ਹੁੰਦੀ ਹੈ: ਵਾਈਲ ਲੂਪ, ਫॉर ਲੂਪ ਅਤੇ ਡੂ ਵਾਈਲ ਲੂਪ, ਜਾਂ ਇਸ ਨੂੰ ਡੂ ਲੂਪ ਵੀ ਕਿਹਾ ਜਾਂਦਾ ਹੈ। ਸੋ ਲੂਪਿੰਗ ਜਾਂ ਲੂਪਸ 3 ਤਰ੍ਹਾਂ ਦੀਆਂ ਹਨ: ਵਾਈਲ ਲੂਪ, ਫॉर ਲੂਪ ਅਤੇ ਡੂ ਵਾਈਲ ਲੂਪ। ਇਹਨਾਂ ਨੂੰ ਅਸੀਂ ਕਿੱਥੇ ਇਸਤੇਮਾਲ ਕਰਨਾ ਹੈ, ਕਿਵੇਂ ਇਸਤੇਮਾਲ ਕਰਨਾ ਹੈ, ਇਸ ਬਾਰੇ ਅਸੀਂ ਬਾਅਦ ਵਿੱਚ ਪੜਾਂਗੇ। ਇਸ ਤੋਂ ਅਗਲੀ ਕੰਟਰੋਲ ਸਟੇਟਮੈਂਟ ਹੈ ਜੰਪਿੰਗ। ਜੰਪਿੰਗ ਦਾ ਅਰਥ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ, ਇੱਕ ਪੁਆਇੰਟ ਤੋਂ ਉਛਲ ਕੇ ਕਿਸੇ ਦੂਸਰੇ ਪੁਆਇੰਟ ਉੱਤੇ ਜਾਣਾ। ਜੰਪਿੰਗ ਬਿਲਕੁਲ ਉਸੇ ਤਰ੍ਹਾਂ ਹੀ ਹੈ। ਪ੍ਰੋਗਰਾਮ ਦੇ ਇੱਕ ਪੁਆਇੰਟ ਤੋਂ ਅਸੀਂ ਜੰਪ ਕਰਕੇ ਪ੍ਰੋਗਰਾਮ ਦੇ ਕਿਸੇ ਦੂਸਰੇ ਪੁਆਇੰਟ ਤੇ ਪਹੁੰਚ ਜਾਂਦੇ ਹਾਂ। ਇਸ ਨੂੰ ਅਸੀਂ ਜੰਪਿੰਗ ਕਹਿੰਦੇ ਹਾਂ। ਜੰਪਿੰਗ ਦੇ ਲਈ ਸਾਡੇ ਕੋਲ ਅਲੱਗ-ਅਲੱਗ ਕੰਟਰੋਲ ਸਟੇਟਮੈਂਟਸ ਜਿਹੜੀਆਂ ਹਨ ਉਹ ਹਨ: ਗੋ ਟੂ ਸਟੇਟਮੈਂਟ, ਜਿਸ ਦੇ ਨਾਲ ਅਸੀਂ ਪ੍ਰੋਗਰਾਮ ਦੇ ਇੱਕ ਖਾਸ ਭਾਗ ਤੇ ਪਹੁੰਚ ਕਰ ਸਕਦੇ ਹਾਂ। ਬ੍ਰੇਕ ਸਟੇਟਮੈਂਟ, ਪ੍ਰੋਗਰਾਮ ਦੇ ਵਹਾਅ ਨੂੰ ਰੋਕਣਾ ਹੋਵੇ ਤਾਂ ਉਸ ਦੇ ਲਈ ਅਸੀਂ ਬ੍ਰੇਕ ਸਟੇਟਮੈਂਟ ਇਸਤੇਮਾਲ ਕਰਦੇ ਹਾਂ। ਅਤੇ ਕੰਟੀਨਿਊ ਸਟੇਟਮੈਂਟ, ਇਹ 3 ਤਰ੍ਹਾਂ ਦੀਆਂ ਕੰਟਰੋਲ ਸਟੇਟਮੈਂਟਸ ਜੰਪਿੰਗ ਦੇ ਲਈ ਇਸਤੇਮਾਲ ਕੀਤੀਆਂ ਜਾਂਦੀਆਂ ਹਨ। ਗੋ ਟੂ ਸਟੇਟਮੈਂਟ ਕੰਪਾਈਲਰ ਨੂੰ ਪ੍ਰੋਗਰਾਮ ਦੇ ਇੱਕ ਹਿੱਸੇ ਤੋਂ, ਇੱਕ ਭਾਗ ਤੋਂ ਕਿਸੇ ਦੂਸਰੇ ਖਾਸ ਪੁਆਇੰਟ ਉੱਤੇ ਕੰਟਰੋਲ ਨੂੰ ਭੇਜਦਾ ਹੈ। ਬ੍ਰੇਕ ਸਟੇਟਮੈਂਟ ਆਮ ਤੌਰ ਤੇ ਲੂਪਸ ਜਾਂ ਸਵਿਚ ਕੇਸ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਇਹ ਦੁਹਰਾਈਆਂ ਜਾਣ ਵਾਲੀਆਂ ਹਦਾਇਤਾਂ ਦੇ ਉਸ ਦੁਹਰਾਅ ਨੂੰ ਤੋੜਦਾ ਹੈ, ਬ੍ਰੇਕ ਕਰਦਾ ਹੈ। ਕੰਟੀਨਿਊ ਸਟੇਟਮੈਂਟ ਬ੍ਰੇਕ ਸਟੇਟਮੈਂਟ ਦੇ ਨਾਲ ਵਰਤੀ ਜਾਂਦੀ ਹੈ। ਇਹ ਉਸ ਦੁਹਰਾਅ ਨੂੰ ਫਿਰ ਤੋਂ ਲਾਗੂ ਕਰਦਾ ਹੈ। ਇੱਥੇ ਮੈਂ ਇੱਕ ਉਦਾਹਰਣ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਜਿਵੇਂ ਸਾਡੇ ਘਰਾਂ ਵਿੱਚ ਮੋਟਰ, ਪਾਣੀ ਵਾਲੀ ਮੋਟਰ ਲੱਗੀ ਹੁੰਦੀ ਹੈ ਤੇ ਅਸੀਂ ਉਸ ਦੇ ਵਿੱਚ ਇੱਕ ਆਟੋਮੈਟਿਕ ਸਿਸਟਮ ਲਗਾਇਆ ਹੁੰਦਾ ਹੈ। ਸੋ ਮੋਟਰ ਹਮੇਸ਼ਾ ਔਨ ਹੀ ਰਹਿੰਦੀ ਹੈ। ਜਦੋਂ ਟੈਂਕੀ ਦੇ ਵਿੱਚ ਪਾਣੀ ਦਾ ਲੈਵਲ ਇੱਕ
ਘੱਟੋ ਘੱਟ ਲੈਵਲ ਤੇ ਪਹੁੰਚ ਜਾਂਦਾ ਹੈ ਤਾਂ ਮੋਟਰ ਆਪਣੇ ਆਪ ਚੱਲਣਾ ਸ਼ੁਰੂ ਹੋ ਜਾਂਦੀ ਹੈ ਅਤੇ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਹੈ। ਅਤੇ ਜਦੋਂ ਟੰਕੀ ਭਰ ਜਾਂਦੀ ਹੈ, ਭਾਵ ਉੱਪਰ ਵਾਲੇ ਲੈਵਲ ਤੱਕ ਪਾਣੀ ਪਹੁੰਚ ਜਾਂਦਾ ਹੈ, ਤਾਂ ਜੋ ਮੋਟਰ ਦਾ ਚੱਲਣ ਦਾ ਪ੍ਰੋਸੈਸ ਹੈ, ਪ੍ਰਭਾਵ ਹੈ, ਉਸ ਨੂੰ ਬ੍ਰੇਕ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਮੋਟਰ ਟੈਂਪਰੇਰੀ ਤੌਰ ਤੇ ਰੁਕ ਜਾਂਦੀ ਹੈ। ਲੇਕਿਨ ਜਦੋਂ ਮੁੜ ਕੇ ਫਿਰ ਪਾਣੀ ਦਾ ਲੈਵਲ ਉਸ ਘੱਟੋ ਘੱਟ ਲੈਵਲ ਤੇ ਪਹੁੰਚਦਾ ਹੈ ਤਾਂ ਮੋਟਰ ਆਪਣੇ ਆਪ ਕੰਟੀਨਿਊ ਪੋਜੀਸ਼ਨ ਵਿੱਚ ਆ ਜਾਂਦੀ ਹੈ ਅਤੇ ਉਹ ਚੱਲਣਾ ਸ਼ੁਰੂ ਕਰ ਦਿੰਦੀ ਹੈ। ਸੋ ਇਹ ਸਨ ਅਲੱਗ-ਅਲੱਗ ਕੰਟਰੋਲ ਸਟੇਟਮੈਂਟਸ ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੇ ਪ੍ਰੋਗਰਾਮ ਵਿੱਚ ਫਲੋ ਨੂੰ ਕੰਟਰੋਲ ਕਰ ਸਕਦੇ ਹਾਂ। ਅਸੀਂ ਸਭ ਤੋਂ ਪਹਿਲਾਂ ਬ੍ਰਾਂਚਿੰਗ ਬਾਰੇ ਅੱਜ ਡਿਸਕਸ ਕਰਾਂਗੇ। ਸੋ ਬ੍ਰਾਂਚਿੰਗ ਇੱਕ ਕੰਡੀਸ਼ਨਲ ਕੰਟਰੋਲ ਸਟੇਟਮੈਂਟ ਹੈ। ਇਸ ਦੇ ਬਾਰੇ ਵਿੱਚ ਅਸੀਂ ਪਹਿਲਾਂ ਹੀ ਡਿਸਕਸ ਕੀਤਾ ਹੈ ਕਿ ਬ੍ਰਾਂਚਿੰਗ ਦਾ ਅਰਥ ਹੈ ਹਦਾਇਤਾਂ ਦੇ ਇੱਕ ਸਮੂਹ ਨੂੰ ਲਾਗੂ ਕਰਨਾ ਅਤੇ ਕਿਸੇ ਦੂਸਰੇ ਸਮੂਹ ਨੂੰ ਛੱਡਣਾ। ਇਹ ਚਾਰ ਤਰ੍ਹਾਂ ਦੀਆਂ ਹਨ: ਇਫ ਸਟੇਟਮੈਂਟ, if else statement, else if statement, ਅਤੇ switch case statement। ਹੁਣ ਅਸੀਂ ਇਹਨਾਂ ਬਾਰੇ ਡਿਟੇਲ ਵਿੱਚ ਪੜਾਂਗੇ। ਇਫ ਸਟੇਟਮੈਂਟ, ਜਦੋਂ ਕਿਸੇ ਸ਼ਰਤ ਜਾਂ ਕੰਡੀਸ਼ਨ ਦੇ ਆਧਾਰ ਤੇ ਅਸੀਂ ਕਿਸੇ ਕੰਮ ਨੂੰ ਕਰਵਾਉਣਾ ਹੋਵੇ ਤਾਂ ਉੱਥੇ ਅਸੀਂ ਇਫ ਸਟੇਟਮੈਂਟ ਦਾ ਇਸਤੇਮਾਲ ਕਰਦੇ ਹਾਂ। ਜੇਕਰ ਕੰਡੀਸ਼ਨ ਸਹੀ ਹੋਏਗੀ ਤਾਂ ਉਹ ਖਾਸ ਕੰਮ ਕਰਵਾਇਆ ਜਾਏਗਾ, ਪਰ ਜੇਕਰ ਕੰਡੀਸ਼ਨ ਦਾ ਰਿਜ਼ਲਟ ਸਹੀ ਨਹੀਂ ਆਉਂਦਾ ਹੈ ਤਾਂ ਪ੍ਰੋਗਰਾਮ ਕੋਈ ਵੀ ਹੋਰ ਕੰਮ ਨਹੀਂ ਕਰੇਗਾ, ਬਲਕਿ ਉਸ ਦੀ ਐਗਜ਼ੀਕਿਊਸ਼ਨ ਸਮਾਪਤ ਹੋ ਜਾਏਗੀ। ਉੱਥੇ ਅਸੀਂ ਇਫ ਸਟੇਟਮੈਂਟ ਦਾ ਇਸਤੇਮਾਲ ਕਰਦੇ ਹਾਂ। ਜਿਵੇਂ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਨਾਲ ਸਮਝਾਉਂਦਾ ਹਾਂ। ਜੇਕਰ ਅਸੀਂ ਇਹ ਚੈੱਕ ਕਰਨਾ ਹੈ ਕਿ ਯੂਜ਼ਰ ਵੱਲੋਂ ਦਾਖਲ ਕੀਤਾ ਹੋਇਆ ਨੰਬਰ ਈਵਨ ਹੈ ਜਾਂ ਨਹੀਂ, ਤਾਂ ਉਸ ਦੇ ਲਈ ਅਸੀਂ ਇਫ ਸਟੇਟਮੈਂਟ ਦਾ ਇਸਤੇਮਾਲ ਕਰ ਸਕਦੇ ਹਾਂ। ਅਸੀਂ ਇਸ ਦੇ ਵਿੱਚ ਜੋ ਲੌਜਿਕ ਲੱਗੇਗਾ ਉਹ ਇਸ ਤਰ੍ਹਾਂ ਹੈ। ਇਫ ਮੰਨ ਲਓ ਜੋ ਯੂਜ਼ਰ ਵੱਲੋਂ ਨੰਬਰ ਦਾਖਲ ਕੀਤਾ ਗਿਆ ਹੈ ਉਹ ਨਮ ਵੇਰੀਏਬਲ ਦੇ ਵਿੱਚ ਹੈ, ਇੱਥੇ ਅਸੀਂ ਮੋਡੂਲਸ ਆਪਰੇਟਰ ਦਾ ਇਸਤੇਮਾਲ ਕਰਾਂਗੇ। ਔਰ ਜੇਕਰ ਇਹ 0 ਦੇ ਇਕੁਅਲ ਆਂਦਾ ਹੈ ਤਾਂ ਅਸੀਂ ਇੱਥੇ ਮੈਸੇਜ ਦਿਖਾਵਾਂਗੇ ਕਿ given number is even number। ਅਤੇ ਇਸ ਦੇ ਐਲਸ ਵਿੱਚ ਕੁਝ ਵੀ ਨਹੀਂ ਹੈ। ਸੋ ਇਹ ਕੰਡੀਸ਼ਨ ਦੇ ਆਧਾਰ ਤੇ ਸਾਡੇ ਕੋਲ ਇੱਕ ਹੀ ਆਪਸ਼ਨ ਹੈ, ਉਸ ਆਪਸ਼ਨ ਨੂੰ ਕੰਡੀਸ਼ਨ ਦੇ ਅਨੁਸਾਰ ਅਸੀਂ ਲਾਗੂ ਕਰਨਾ ਹੈ ਜਾਂ ਨਹੀਂ ਲਾਗੂ ਕਰਨਾ ਹੈ। ਉਸ ਦੇ ਲਈ ਅਸੀਂ ਇਫ ਸਟੇਟਮੈਂਟ ਦੀ ਵਰਤੋਂ ਕਰਦੇ ਹਾਂ। ਦੂਸਰੀ ਹੈ ਇਫ ਐਲਸ। ਇਸ ਸਟੇਟਮੈਂਟ ਦਾ ਇਸਤੇਮਾਲ ਉਦੋਂ ਕੀਤਾ ਜਾਂਦਾ ਹੈ ਜਦੋਂ ਦੋ ਆਪਸ਼ਨ ਵਿੱਚੋਂ ਕਿਸੇ ਇੱਕ ਆਪਸ਼ਨ ਨੂੰ ਚੁਣਿਆ ਜਾਣਾ ਹੈ, ਭਾਵ ਜੇਕਰ ਉਸ ਸ਼ਰਤ ਦਾ ਮੁਲਾਂਕਣ ਸਹੀ ਆਉਂਦਾ ਹੈ ਤਾਂ ਅਸੀਂ ਕੋਈ ਇੱਕ ਕੰਮ ਕਰਵਾਉਣਾ ਹੈ,
ਪਰ ਜੇਕਰ ਸ਼ਰਤ ਦਾ ਮੁਲਾਂਕਣ ਗਲਤ ਆਉਂਦਾ ਹੈ ਤਾਂ ਅਸੀਂ ਕੋਈ ਦੂਸਰਾ ਕੰਮ ਕਰਵਾਉਣਾ ਹੈ, ਤਾਂ ਉਸ ਕੇਸ ਵਿੱਚ ਅਸੀਂ ਇਫ ਐਲਸ ਸਟੇਟਮੈਂਟ ਦਾ ਇਸਤੇਮਾਲ ਕਰਦੇ ਹਾਂ। ਇਸੇ ਉਦਾਹਰਣ ਨੂੰ ਮੈਂ ਅੱਗੇ ਇਫ ਐਲਸ ਦੇ ਨਾਲ ਵੀ ਸਮਝਾਵਾਂਗਾ। ਇਸ ਉਦਾਹਰਣ ਵਿੱਚ ਇੱਕ ਨੰਬਰ ਬਾਰੇ ਸਿਰਫ ਇਹੀ ਪਤਾ ਕਰਨਾ ਚਾਹੁੰਦੇ ਸੀ ਕਿ ਉਹ ਨੰਬਰ ਈਵਨ ਹੈ ਜਾਂ ਨਹੀਂ। ਪਰ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹਰ ਇੱਕ ਨੰਬਰ ਜਾਂ ਤਾਂ ਈਵਨ ਹੋਏਗਾ ਜਾਂ ਫਿਰ ਔਡ। ਸੋ ਜੇਕਰ ਅਸੀਂ ਇਹ ਪਤਾ ਕਰਨਾ ਚਾਹੁੰਦੇ ਹਾਂ ਕਿ ਯੂਜ਼ਰ ਵੱਲੋਂ ਦਾਖਲ ਕੀਤਾ ਹੋਇਆ ਨੰਬਰ ਈਵਨ ਹੈ ਜਾਂ ਔਡ, ਭਾਵ ਇੱਥੇ ਸਾਡੇ ਕੋਲ ਦੋ ਆਪਸ਼ਨਸ ਹਨ ਅਤੇ ਉਹਨਾਂ ਦੋ ਆਪਸ਼ਨ ਵਿੱਚੋਂ ਕੋਈ ਇੱਕ ਆਪਸ਼ਨ ਨੰਬਰ ਉੱਤੇ ਲਾਗੂ ਹੁੰਦੀ ਹੈ, ਤਾਂ ਇਸ ਦੇ ਲਈ ਅਸੀਂ ਇਫ ਐਲਸ ਸਟੇਟਮੈਂਟ ਦਾ ਇਸਤੇਮਾਲ ਕਰਾਂਗੇ। ਜਿਸ ਤਰ੍ਹਾਂ ਕਿ ਅਸੀਂ ਇਫ ਕੰਡੀਸ਼ਨ ਲਗਾਈ ਹੋਈ ਹੈ ਔਰ ਉਸਤੇ ਸਹੀ ਹੋਣ ਦੇ ਵਿੱਚ ਅਸੀਂ ਲਿਖਿਆ ਹੈ ਕਿ ਗਿਵਨ ਨੰਬਰ ਈਵਨ ਨੰਬਰ ਹੈ। ਇਸ ਦੇ ਨਾਲ ਹੀ ਅਸੀਂ ਜੇਕਰ ਕੰਡੀਸ਼ਨ ਗਲਤ ਇਵੈਲੂਏਟ ਹੋਏਗੀ ਕਿ ਭਾਵ ਇਸ ਦਾ ਰਿਜ਼ਲਟ ਫਾਲਸ ਆਉਂਦਾ ਹੈ, ਤੇ ਅਸੀਂ ਯੂਜ਼ਰ ਨੂੰ ਦੂਸਰਾ ਮੈਸੇਜ, दूसरी स्टेटमेंट के गिवन नंबर इज ऑड नंबर इस निहा यूजर ਨੂੰ ਦਿਖਾਵਾਂਗੇ। ਸੋ ਅਸੀਂ ਪਹਿਲਾਂ ਕੱਲੇ ਇਫ ਨੂੰ ਵਰਤ ਕੇ ਦੇਖਿਆ ਤੇ ਇਸ ਉਦਾਹਰਣ ਵਿੱਚ ਅਸੀਂ ਇਫ ਐਲਸ ਦਾ ਇਸਤੇਮਾਲ ਕੀਤਾ ਹੈ। ਇਸੇ ਤਰ੍ਹਾਂ ਹੀ ਐਲਸ ਇਫ ਉਸ ਸਮੇਂ ਵਰਤਿਆ ਜਾਂਦਾ ਹੈ ਜਦੋਂ ਸਾਡੇ ਕੋਲ ਦੋ ਤੋਂ ਵੱਧ ਆਪਸ਼ਨਸ ਹੋਣ ਔਰ ਉਹਨਾਂ ਆਪਸ਼ਨ ਵਿੱਚੋਂ ਕੋਈ ਇੱਕ ਆਪਸ਼ਨ ਸਾਡਾ ਆਨਸਰ ਹੁੰਦਾ ਹੈ, ਭਾਵ ਦੋ ਤੋਂ ਵੱਧ ਹਦਾਇਤਾਂ ਦੇ ਸਮੂਹ ਵਿੱਚੋਂ ਅਸੀਂ ਕਿਸੇ ਇੱਕ ਸਮੂਹ ਨੂੰ ਚਲਾਉਣਾ ਚਾਹੁੰਦੇ ਹਾਂ, ਤਾਂ ਉੱਥੇ ਅਸੀਂ ਐਲਸ ਇਫ ਸਟੇਟਮੈਂਟ ਦਾ ਇਸਤੇਮਾਲ ਕਰਦੇ ਹਾਂ। ਜਿਵੇਂ ਮੰਨ ਲਓ ਅਸੀਂ ਵਿਦਿਆਰਥੀਆਂ ਦੇ ਨੰਬਰ ਦਾਖਲ ਕੀਤੇ ਹੋਏ ਹਨ ਅਤੇ ਉਹਨਾਂ ਦਾ ਗ੍ਰੇਡ ਅਸੀਂ ਦੱਸਣਾ ਹੈ ਕਿ ਅਗਰ ਨੰਬਰ 90% ਤੋਂ ਉੱਪਰ ਹਨ ਤਾਂ ਗ੍ਰੇਡ A+ ਹੈ, ਜੇਕਰ 75 ਤੋਂ 90 ਦੇ ਵਿਚਕਾਰ ਹਨ ਤਾਂ A ਗ੍ਰੇਡ ਹੈ, 60 ਤੋਂ 75 ਦੇ ਵਿਚਕਾਰ B ਗ੍ਰੇਡ ਹੈ, 45 ਤੋਂ 60 ਦੇ ਵਿਚਕਾਰ C ਗ੍ਰੇਡ ਹੈ। ਤਾਂ ਇੱਥੇ ਅਸੀਂ ਐਲਸ ਇਫ ਸਟੇਟਮੈਂਟ ਦਾ ਇਸਤੇਮਾਲ ਕਰਾਂਗੇ। ਸੋ ਹੁਣ ਅਸੀਂ ਐਲਸ ਇਫ ਸਟੇਟਮੈਂਟ ਦਾ ਇਸਤੇਮਾਲ ਕਿਵੇਂ ਕਰਨਾ ਹੈ ਉਹਦੇ ਬਾਰੇ ਦੇਖਾਂਗੇ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਬੱਚਿਆਂ ਦੇ ਨੰਬਰ ਦੇ ਆਧਾਰ ਤੇ ਉਸਦਾ ਗ੍ਰੇਡ ਦੱਸਣਾ ਹੈ। ਸੋ ਕਿਸ ਤਰੀਕੇ ਨਾਲ ਪ੍ਰੋਗਰਾਮ ਬਣੇਗਾ ਔਰ ਐਲਸ ਇਫ ਸਟੇਟਮੈਂਟ ਦਾ ਇਸਤੇਮਾਲ ਕੀਤਾ ਜਾਵੇਗਾ ਉਹ ਅਸੀਂ ਇੱਥੇ ਦੇਖਾਂਗੇ। ਸੋ ਇਫ marks greater than equal to 90 then ਅਸੀਂ ਇੱਥੇ ਦਿਖਾਵਾਂਗੇ printf ਸਟੇਟਮੈਂਟ ਦੇ ਵਿੱਚ your grade is A+। ਕਿਉਂਕਿ ਸਾਡੇ ਕੋਲ ਇੱਥੇ ਦੋ ਤੋਂ ਵੱਧ ਆਪਸ਼ਨਸ ਹਨ ਜਿਹੜੀ ਕਿ ਅੱਗੇ ਫਿਰ ਸ਼ਰਤਾਂ ਦੇ ਆਧਾਰ ਤੇ ਵੰਡੀ ਗਈ ਹੈ, ਇਸ ਲਈ ਇਸ ਐਲਸ ਦੇ ਨਾਲ ਹੀ ਇਫ ਦਾ ਇਸਤੇਮਾਲ ਕੀਤਾ ਜਾਏਗਾ। ਐਲਸ ਇਫ, ਸੋ ਤੁਸੀਂ ਗੌਰ ਨਾਲ ਦੇਖ ਸਕਦੇ ਹੋ ਕਿ ਇਕੱਲਾ ਐਲਸ ਨਹੀਂ ਵਰਤਿਆ ਗਿਆ ਹੈ, ਐਲਸ ਦੇ ਨਾਲ ਇਫ ਵੀ ਲੱਗਾ ਹੈ ਔਰ ਇਸ ਦੇ ਨਾਲ ਸਾਨੂੰ ਇੱਥੇ ਇੱਕ ਕੰਡੀਸ਼ਨ ਲਗਾਉਣੀ ਪਏਗੀ। ਐਲਸ ਇਫ ਮਾਰਕਸ ਗ੍ਰੇਟਰ ਦੈਨ ਇਕੁਅਲ ਟੂ 75
printf your grade is A। ਇਸ ਤਰ੍ਹਾਂ ਅਸੀਂ ਦੋ ਆਪਸ਼ਨਸ ਲਿਖ ਲਈਆਂ ਹਨ। ਇਸ ਤੋਂ ਅੱਗੇ ਫਿਰ ਕੰਡੀਸ਼ਨ ਹੀ ਹੈ ਕਿ ਜੇਕਰ ਨੰਬਰ 60 ਤੋਂ 75 ਦੇ ਵਿਚਕਾਰ ਹਨ ਤਾਂ B ਗ੍ਰੇਡ ਹੈ। ਸੋ ਇੱਥੇ ਫਿਰ else if ਲੱਗੇਗਾ। else if कंडीशन लगेगी मार्क्स ग्रेटर दैन इक्वल टू 60। उसके अनुसार असी यूजर नो मैसेज दिखावांगे योर ग्रेड इज B। इसी तरीके नाल असी अगे कंडीशनां लगावांगे if marks is greater than 45 grade is C। और लास्ट ਅਸੀਂ else इस्तेमाल करांगे। सो मैं 3 ऑप्शंस इत्थे इस्तेमाल कर चुका हाँ ते मैं हुण सिर्फ लास्ट ऑप्शन ही इत्थे लिखांगा। सो लास्ट विच ਅਸੀਂ else लिखांगे और इस दे नाल if नहीं लगेगा क्योंकि ਅਸੀਂ अंतिम कंडीशन ते आ चुके हाँ। इत्थे सिर्फ else लिखा जाएगा और else ਦੇ ਵਿੱਚ ਅਸੀਂ जो स्नेहा यूजर ਨੂੰ ਦਿਖਾਣਾ ਚਾਹੁੰਦੇ ਹਾਂ your grade is D। suppose ਇਸ ਤੋਂ ਪਹਿਲਾਂ ਅਸੀਂ ਇੱਕ else if ਲਗਾਉਣੀ ਹੈ ਉਹ ਤੁਸੀਂ ਲਗਾਣੀ ਹੈ ਜਦੋਂ ਤੁਸੀਂ ਆਪਣਾ ਪ੍ਰੋਗਰਾਮ ਬਣਾਉਣਾ ਹੈ। ਇਸ ਦੇ ਵਿੱਚ C ਗ੍ਰੇਡ ਵੀ ਦਿਖਾਣਾ ਹੈ। ਨੰਬਰਾਂ ਨੂੰ ਗ੍ਰੇਡ ਵਿੱਚ ਬਦਲਣ ਦਾ ਪ੍ਰੋਗਰਾਮ ਇਸ ਪ੍ਰਕਾਰ ਹੈ। ਤੁਸੀਂ ਇਸ ਪ੍ਰੋਗਰਾਮ ਵਿੱਚ ਦੇਖ ਸਕਦੇ ਹੋ ਇਸ ਵਿੱਚ ਅਸੀਂ else if ਕੰਟਰੋਲ ਸਟੇਟਮੈਂਟ ਦਾ ਇਸਤੇਮਾਲ ਕੀਤਾ ਹੈ ਅਤੇ ਇਸ ਵਿੱਚ ਵੱਖ-ਵੱਖ ਗ੍ਰੇਡ ਦਿਖਾਏ ਹਨ। ਅਸੀਂ else if ਸਟੇਟਮੈਂਟ ਨੂੰ ਵਰਤਦੇ ਹਾਂ। ਅੱਜ ਦੇ ਇਸ ਸੈਸ਼ਨ ਵਿੱਚ ਅਸੀਂ else if ਤੱਕ ਦਾ ਹੀ ਪੜਾਂਗੇ ਤੇ ਸਵਿਚ ਕੇਸ ਅਤੇ ਲੂਪਿੰਗ ਬਾਰੇ ਅਸੀਂ ਅਗਲੇ ਸੈਸ਼ਨ ਵਿੱਚ ਪੜਾਂਗੇ ਕਿ ਸਵਿਚ ਕੇਸ ਕਿਸ ਤਰ੍ਹਾਂ ਵਰਤਿਆ ਜਾਂਦਾ ਹੈ ਅਤੇ ਲੂਪਸ ਕਿਸ ਤਰ੍ਹਾਂ ਇਸਤੇਮਾਲ ਕੀਤੀਆਂ ਜਾਂਦੀਆਂ ਹਨ। ਅੱਜ ਦੇ ਸੈਸ਼ਨ ਦੇ ਵਿੱਚ ਸਿਰਫ ਇੰਨਾ ਹੀ। ਧੰਨਵਾਦ।